Very good afternoon, 7th class ਬੱਚੋ। ਅੱਜ ਅਸੀਂ ਪੰਜਾਬੀ ਪਾਠ ਪੁਸਤਕ ਦਾ ਪਾਠ 1 ਨਈ ਰੀਸਾਂ ਮੇਰੇ ਦੇਸ਼ ਦੀਆਂ ਕਵਿਤਾ ਨੂੰ ਕਰਾਂਗੇ। ਪਿਆਰੇ ਬੱਚੋ, ਇਸ ਕਵਿਤਾ ਦੇ ਕਵੀ ਦਾ ਨਾਮ ਗੁਰਦਿਆਲ ਸਿੰਘ ਰੋਸ਼ਨ ਹੈ। ਕੀ ਨਾਮ ਹੈ ਕਵੀ ਦਾ? ਗੁਰਦਿਆਲ ਸਿੰਘ ਰੋਸ਼ਨ। ਕਵਿਤਾ ਕੀ ਹੈ? ਨਈ ਰੀਸਾਂ ਮੇਰੇ ਦੇਸ਼ ਦੀਆਂ, ਕਿ ਮੇਰੇ ਦੇਸ਼ ਭਾਰਤ ਦੀ ਕੋਈ ਰੀਸ ਨਹੀਂ ਹੈ, ਮੇਰੇ ਦੇਸ਼ ਭਾਰਤ ਦੀ ਕੋਈ ਵੀ ਨਕਲ ਨਹੀਂ ਕਰ ਸਕਦਾ। ਇਸ ਗੀਤ ਵਿੱਚ ਕਵੀ ਨੇ ਦੇਸ਼ ਦੇ ਮੌਸਮ, ਰੁੱਤਾਂ, ਦਰਿਆਵਾਂ, ਸਮੁੰਦਰਾਂ, ਅੰਬਰਾਂ, ਪਰਬਤਾਂ, ਜੰਗਲਾਂ ਦੀ ਸਿਫਤ ਕੀਤੀ ਹੈ। ਇਹ ਚੰਦਰਮਾ ਤੱਕ ਪਹੁੰਚ ਚੁੱਕਾ ਹੈ। ਇਸ ਕੋਲੋਂ ਦੁਨੀਆ ਨੇ ਬਹੁਤ ਕੁਝ ਸਿੱਖਿਆ ਹੈ। ਨਈ ਰੀਸਾਂ ਮੇਰੇ ਦੇਸ਼ ਦੀ ਕਵਿਤਾ ਵਿੱਚ ਕਵੀ ਗੁਰਦਿਆਲ ਸਿੰਘ ਰੋਸ਼ਨ ਨੇ ਭਾਰਤ ਦੇਸ਼ ਦੇ ਮੌਸਮ, ਰੁੱਤਾਂ, ਦਰਿਆਵਾਂ, ਸਮੁੰਦਰਾਂ, ਅੰਬਰ, ਪਰਬਤਾਂ ਅਤੇ ਜੰਗਲਾਂ ਦੀ ਸਿਫਤ ਕੀਤੀ ਹੈ। ਜਿਹੜਾ ਮੇਰਾ ਦੇਸ਼ ਭਾਰਤ ਹੈ, ਇਹ ਚੰਦਰਮਾ ਤੱਕ ਪਹੁੰਚ ਚੁੱਕਿਆ ਹੈ ਅਤੇ ਇਸ ਕੋਲੋਂ ਦੁਨੀਆ ਨੇ ਬਹੁਤ ਕੁਝ ਸਿੱਖਿਆ ਹੈ। ਇਹ ਬੱਚੋ ਚਿੱਤਰ ਹੈ, ਕਿਸ ਚੀਜ਼ ਦਾ? ਕੁਦਰਤ ਦੇ ਨਜ਼ਾਰਿਆਂ ਦਾ, ਕੁਦਰਤ ਦੇ ਪ੍ਰਕਿਰਤਿਕ ਨਜ਼ਾਰਿਆਂ ਦਾ ਇਹ ਚਿੱਤਰ ਹੈ। ਕਿਤੇ ਪਹਾੜ ਹਨ, ਕਿਤੇ ਨਦੀਆਂ ਬਹਿ ਰਹੀਆਂ, ਦਰਿਆਵਾਂ ਹਨ, ਕਿਤੇ ਅੰਬਰ ਹਨ, ਆਸਮਾਨ ਹੈ, ਕਿਤੇ ਰੰਗ ਬਿਰੰਗੇ ਪੇੜ ਪੌਦੇ ਅਤੇ ਬੱਚੇ ਖੁਸ਼ੀਆਂ ਦੇ ਨਾਲ ਗੀਤ ਗਾ ਰਹੇ ਹਨ। ਪਿਆਰੇ ਬੱਚੋ, ਅਸੀਂ ਇਸ ਕਵਿਤਾ ਦਾ ਗਾਨ ਕਰਦੇ ਹੋਏ ਇਸ ਕਵਿਤਾ ਨੂੰ ਪੜ੍ਹਾਂਗੇ। ਤੁਹਾਨੂੰ ਸਭ ਨੂੰ ਪਤਾ ਹੈ ਕਿ ਅਸੀਂ ਕਵਿਤਾ 'ਤੇ ਕਾਵਿ ਸਤਰਾਂ 'ਤੇ ਆਧਾਰਿਤ ਪ੍ਰਸ਼ਨ ਉੱਤਰ ਕਰਨੇ ਹਾਂ। ਅਸੀਂ ਇਸ ਕਵਿਤਾ ਨੂੰ ਪੜ੍ਹਾਂਗੇ। ਤੁਸੀਂ ਸਾਰੇ ਬੱਚੇ ਮੇਰੇ ਨਾਲ ਇਸ ਕਵਿਤਾ ਨੂੰ ਪੜ੍ਹੋਗੇ। ਸੋਹਣੇ ਮੌਸਮ, ਸੁਹਾਨੀਆਂ ਰੁੱਤਾਂ ਇਸ ਦੇਸ਼ ਦੀਆਂ, ਨਈ ਰੀਸਾਂ ਮੇਰੇ ਦੇਸ਼ ਦੀਆਂ। ਇਸ ਕਵਿਤਾ ਦੇ ਕਵੀ ਗੁਰਦਿਆਲ ਸਿੰਘ ਰੋਸ਼ਨ ਆਖਦੇ ਹਨ ਕਿ ਮੇਰੇ ਭਾਰਤ ਦੇਸ਼ ਦੀਆਂ ਰੁੱਤਾਂ ਅਤੇ ਮੌਸਮ ਬੜੇ ਸੋਹਣੇ, ਮੌਸਮ ਜਿਹੜੇ ਹਨ ਬੜੇ ਸੋਹਣੇ ਹਨ, ਰੁੱਤਾਂ ਬੜੀਆਂ ਸੁਹਾਵਣੀਆਂ ਹਨ। ਸੁਹਾਵਣੀਆਂ ਕੀ ਹੁੰਦੀਆਂ ਹਨ? ਸਭ ਦੇ ਮਨ ਨੂੰ ਸੋਹਣੀਆਂ ਲੱਗਣ ਵਾਲੀਆਂ। ਕਦੇ ਇੱਥੇ ਗਰਮੀ ਦੀ ਰੁੱਤੀ ਹੁੰਦੀ ਹੈ, ਕਦੇ ਬਰਸਾਤ ਦੀ, ਕਦੇ ਬਸੰਤ ਰਿਤੂ, ਕਦੇ ਸ਼ੀਤ ਰਿਤੂ। ਵੱਖ-ਵੱਖ ਪ੍ਰਕਾਰ ਦੀਆਂ ਜਿਹੜੀਆਂ ਰੁੱਤਾਂ ਹਨ, ਇਹ ਸਭ ਦੇ ਮਨ ਨੂੰ ਮੋਹ ਲੈਂਦੀਆਂ ਹਨ। ਬੜੀਆਂ ਹੀ ਸੋਹਣੀਆਂ ਰੁੱਤਾਂ ਹਨ। ਨਈ ਰੀਸਾਂ ਮੇਰੇ ਦੇਸ਼ ਦੀਆਂ। ਰੀਸਾਂ ਨਹੀਂ, ਵਰਗਾ, ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੈ। ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੈ। ਇਸ ਵਿੱਚ ਖਲ-ਖਲ ਕਰਦੇ ਦਰਿਆ ਵਹਿੰਦੇ ਨੇ, ਇਸ ਦੇ ਸਾਗਰ ਅੰਬਰ ਨੂੰ ਕੁਝ ਕਹਿੰਦੇ ਨੇ। ਖਲ-ਖਲ ਕਰਦੇ, ਖਲ-ਖਲ ਦੀ ਜਦੋਂ ਨਦੀਆਂ ਦੇ ਵਿੱਚ ਪਾਣੀ ਬਹੁਤ ਤੇਜ਼ ਵਹਿੰਦਾ ਹੈ ਅਤੇ ਉਸ ਦੀ ਛਾਂ ਦੀ ਆਵਾਜ਼ਾਂ ਆਉਂਦੀਆਂ ਹਨ ਅਤੇ ਇਸ ਦੇ ਜਿਹੜੇ ਦਰਿਆ ਹਨ ਉਹ ਖਲ-ਖਲ ਕਰਦੇ, ਖਲ-ਖਲ ਦੀ ਆਵਾਜ਼ ਦੇ ਨਾਲ ਵਹਿੰਦੇ ਰਹਿੰਦੇ ਹਨ। ਇਸ ਦੇ ਸਾਗਰ ਸਮੁੰਦਰ, ਇਸ ਦੇ ਸਮੁੰਦਰ ਇੰਨੇ ਉੱਚੇ ਹਨ, ਅੰਬਰ ਨੂੰ ਕੁਝ ਕਹਿੰਦੇ ਹਨ। ਇਸ ਦੇ ਜਿਹੜੇ ਸਾਗਰ ਹਨ ਉਹ ਅੰਬਰ ਨੂੰ, ਆਸਮਾਨ ਨੂੰ ਕੁਝ ਆਖਦੇ ਹਨ। ਪਿਆਰ ਕਰਨ ਇਸ ਨੂੰ ਕੁੰਜਾ ਪਰਦੇਸ ਦੀਆਂ, ਨਈ ਰੀਸਾਂ ਮੇਰੇ ਦੇਸ਼ ਦੀਆਂ। ਪਿਆਰ ਕਰਨ ਇਸ ਨੂੰ ਕੁੰਜਾ ਪਰਦੇਸ ਦੀਆਂ। ਕੁੰਜਾ ਦਾ ਕੀ ਅਰਥ ਹੈ? ਪੰਛੀ। ਪਰਦੇਸ ਦੀਆਂ ਜਿਹੜੇ ਬਾਹਰਲੇ ਦੇਸ਼ ਤੋਂ ਪੰਛੀ ਆਉਂਦੇ ਹਨ, ਉਹ ਵੀ ਇਸ ਦੇਸ਼ ਨੂੰ ਪਿਆਰ ਕਰਦੇ ਹਨ। ਬਾਹਰਲੇ ਦੇਸ਼ ਦੇ ਪੰਛੀ ਆਪਣੇ ਦੇਸ਼ ਨੂੰ ਛੱਡ ਕੇ ਸਾਡੇ ਦੇਸ਼ ਵਿੱਚ ਰਹਿਣ ਲਈ ਆ ਜਾਂਦੇ ਹਨ, ਕਿਉਂਕਿ ਉਹ ਇਸ ਦੇਸ਼ ਨੂੰ ਪਿਆਰ ਕਰਦੇ ਹਨ।
नहीं रीसा मेरे देश दियाँ, मेरे देश दी रीस मेरे देश वर्गा होर कोई भी देश नहीं है। समझ आ गया बच्चों? ये सी बच्चों पहला पैरा। इस ते असे काव्य सत्रा ते आधारित प्रश्न उत्तर करने हैं। ये पैरा किहड़ा कविता विचों लिया गया है? नहीं रीसा मेरे देश दिया। इस कविता दे कवि का की नाम है? गुरदियाल सिंह रोशन। की नाम है? गुरदियाल सिंह रोशन। इस देश विच किहड़े देश की गल कीती गई है? भारत देश की। किहड़े देश की गल कीती गई है? भारत देश की। इस दे सागर किसनूं कुछ कहंदे हन? अंबर नूं। सागर किसनूं कुछ कहंदे हन? अंबर नूं। ये जिहड़े बच्चों प्रश्न उत्तर हैं, ये मैं कुछ प्रश्न तुहानूं वैरीफाई करने वास्ते बोले हैं। तुसी पहले इस पाठ नूं समझ लो, उस तो बाद PDF बना के तुहानूं काव्य सत्रा ते आधारित प्रश्न उत्तरां दी PDF भेजी जाएगी। अगला है बच्चों, इस दे पर्वत महकन वंडन प्यार दियाँ। इस दे पर्वत, इस दे जिहड़े पर्वत हैं महकन वंडन प्यार दियाँ। इस दे पर्वतां ते लगियां होईयां जड़ी जड़ी बूटियां हन, वन सवन्ने जिहड़े रुख पेड़ पौधे हन, उन्हां दी खुशबू चारों पासे प्यार दे नाल फैल रही है। इस दे खेतां नूं नहरां शिंगारदियां। ते भारत देश नूं खेतां नूं नहरां शिंगारदियां। नहरां शिंगारदियां दा की अर्थ है? शिंगारदियां, सजांदियां। अर्थात नहरां दे नाल, नदियां ने नाल खेतां दी सिंचाई करके जिहड़ी हरी भरी फसल हुंदी है, उस दे नाल जिहड़े खेत हन वो सज उठदे हन। खेतां विच सजावट शुरू हो जाती है। खेत हरे भरे लहरा उठते हैं, जिस दे नाल खेत भी बड़े सुंदर लगते हैं। इसने जीना दुनिया ताई जंगल गाउंदे गीत ने धरती इस दियाँ नहीं रीसा मेरे देश दियाँ। जंगल गाउंदे गीत ने धरती इस दियाँ। भारत देश की जिहड़ी भूमि है उस विच जिहड़े जंगल भी हैं वो प्यार दे मिठे गीत गाउंदे हैं। नहीं रीसा मेरे देश दिया। मेरे देश वर्गा होर कोई भी देश नहीं है। इसने जीना दुनिया ताई सिखाया है। इसने चंन नूं जाके हथ लाया है। इसने भारत देश दे लोकां ने दूसरे लोकां नूं जीना सिखाया है कि सानू अपना जीवन किस तरह जीना चाहिए है। सानू अपना जीवन प्यार दे नाल दूजिया दी भलाई करते हुए जीना चाहिए है। ये सिख किसने सिखाई है? भारत देश ने दूजे लोगों नूं सिखाई है। इसने जाके चंद नूं भी हथ लाया है। ते भारत देश दे विज्ञानिक ने चंद नूं आसमान उत्ते जाके, अंबर उत्ते जाके चंद्रमा तक पहुंच चुका है। अर्थात भारत के साइंसदाना ने, विज्ञानिका ने इन्नी उन्नति कर ली है कि वो चंद्रमा तक भी पहुंच चुका है। हुन्ना गल्लां रहियां बाल वरेस दियां, नहीं रीसा मेरे देश दिया। कवि आखदा है जदों साडा भारत देश आज़ाद होया सी 15 अगस्त 1947 नूं, हुण वो गल्लां नहीं रहियां बाल वरेस दियां, बचपन दियां। हुण वो गल्लां उस समय दियां नहीं हन। नहीं रीसा मेरे देश दिया। मेरे देश दी रीस कोई भी देश नहीं कर सकता। लख वारी इस देश तो वारी जावां मैं, लख वारी इस देश तो वारी जावां मैं, इस अगे लख वारी शीश झुकावां मैं। कवि आखदा है अपने देश की खातर मैं लख वारी अपनी जान नूं वारन लई तैयार हाँ। इस अगे मैं वार वार खुशी दे नाल शीश झुकाउंदी हाँ। अपना सिर
ਨਤਮਸਤਕ ਕਰਦੀ ਹਾਂ, ਆਪਣੇ ਸਿਰ ਨੂੰ ਝੁਕਾਉਂਦੀ ਹਾਂ ਅਤੇ ਆਪਣੇ ਦੇਸ਼ ਦੇ ਖਾਤਰ ਆਪਣੀ ਜਾਨ ਨੂੰ ਵਾਰਨ ਲਈ ਮੈਂ ਲੱਖ ਵਾਰੀ ਤਿਆਰ ਹਾਂ। ਦੁਨੀਆ ਕਰਦੀ ਇਸ ਗੱਲਾਂ ਇਸ ਦੇ ਵੇਸ ਦੀਆਂ, ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ। ਦੁਨੀਆ ਗੱਲਾਂ ਕਰਦੀ ਇਸ ਦੇ ਵੇਸ ਕੀ ਹੁੰਦਾ? ਪਹਿਨਾਵਾ। ਭਾਰਤ ਦੇਸ਼ ਦੇ ਲੋਕਾਂ ਦਾ ਪਹਿਨਾਵਾ ਇੰਨਾ ਸਾਦਾ ਹੈ, ਸਰਲ ਹੈ ਕਿ ਇਸ ਦੇ ਪਹਿਨਾਵੇ ਦੀ ਵਡਿਆਈ ਦੂਸਰੇ ਦੇਸ਼ ਦੇ ਲੋਕ ਵੀ ਕਰਦੇ ਹਨ। ਦੁਨੀਆ ਕਰਦੀ ਗੱਲਾਂ ਇਸ ਦੀ ਵੇਸ ਦੀਆਂ, ਭਾਰਤ ਦੇਸ਼ ਦੇ ਪਹਿਨਾਵੇ ਦੀ, ਭਾਰਤ ਦੇਸ਼ ਦੀ ਸੰਸਕ੍ਰਿਤੀ ਦੀ, ਇਸ ਦੀ ਸੱਭਿਅਤਾ ਦੀਆਂ ਗੱਲਾਂ ਦੁਨੀਆ ਕਰਦੀ ਹੈ, ਦੂਸਰੇ ਦੇਸ਼ ਦੇ ਲੋਕ ਵੀ ਕਰਦੇ ਹਨ। ਨਹੀਂ ਰੀਸਾਂ ਨਹੀਂ ਰੀਸਾਂ ਮੇਰੇ ਦੇਸ਼ ਦੀਆਂ। ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੈ। ਅਰਥਾਤ ਮੇਰਾ ਜਿਹੜਾ ਭਾਰਤ ਦੇਸ਼ ਹੈ ਉਹ ਦੁਨੀਆ ਦੇ ਦੂਸਰੇ ਦੇਸ਼ਾਂ ਤੋਂ ਵੱਖ ਹੈ, ਇਸ ਦੀ ਕੋਈ ਵੀ ਨਕਲ ਨਹੀਂ ਕਰ ਸਕਦਾ। ਆਗੇ ਸਮਝ ਬੱਚੋ। ਨਹੀਂ ਰੀਸਾਂ ਕਵੀ ਗੁਰਦਿਆਲ ਸਿੰਘ ਰੋਸ਼ਨ ਦੀ ਲਿਖੀ ਹੋਈ ਹੈ। ਇਸ ਵਿੱਚ ਕਵੀ ਨੇ ਭਾਰਤ ਦੇਸ਼ ਦੇ ਸੋਹਣੇ ਮੌਸਮ, ਸੋਹਣੇ ਰੁੱਤਾਂ ਬਾਰੇ ਜ਼ਿਕਰ ਕੀਤਾ ਹੈ। ਕਵੀ ਆਖਦਾ ਹੈ ਕਿ ਇਸ ਦੇਸ਼ ਦੀ ਨਕਲ ਕੋਈ ਵੀ ਦੇਸ਼ ਨਹੀਂ ਕਰ ਸਕਦਾ। ਇਸ ਵਿੱਚ ਖਲ ਕਰਦੇ ਹੋਏ ਦਰਿਆ ਵਹਿੰਦੇ ਨੇ ਅਤੇ ਜਿਹੜੇ ਸਾਗਰ ਹਨ ਉਹ ਅੰਬਰਾਂ ਨੂੰ, ਆਸਮਾਨਾਂ ਨੂੰ ਛੂੰਹਦੇ ਹਨ। ਇਸ ਦੇ ਦੇਸ਼ ਦੇ ਵਿੱਚ ਕੁੰਜਾ ਪ੍ਰਦੇਸ਼ ਤੋਂ ਆਉਣ ਵਾਲੇ ਪੰਛੀ ਵੀ ਬੜੇ ਪਿਆਰ ਦੇ ਨਾਲ ਰਹਿੰਦੇ ਹਨ ਅਤੇ ਇਸ ਦੇ ਪਰਬਤਾਂ 'ਤੇ ਜਿਹੜੀ ਵੱਖ-ਵੱਖ ਜੜੀ ਬੂਟੀਆਂ ਲੱਗੀਆਂ ਹਨ ਉਸ ਦੀ ਮਹਿਕ ਚਾਰੋਂ ਤਰਫ ਪਿਆਰ ਦੇ ਨਾਲ ਫੈਲੀ ਹੋਈ ਹੈ ਅਤੇ ਇਸ ਦੀਆਂ ਖੇਤਾਂ ਨੂੰ ਨਹਿਰਾਂ ਸ਼ਿੰਗਾਰਦੀਆਂ ਹਨ। ਅਰਥਾਤ ਨਹਿਰਾਂ ਦੇ ਨਾਲ ਸਿੰਚਾਈ ਕਰਕੇ ਖੇਤ ਹਰੇ ਭਰੇ ਹੋ ਕੇ ਬੜੇ ਹੀ ਸੋਹਣੇ ਲੱਗਦੇ ਹਨ। ਇਸ ਦੇ ਭਾਰਤ ਦੇਸ਼ ਦੇ ਜੰਗਲ ਵੀ ਪਿਆਰ ਦਾ ਮਿੱਠਾ ਗੀਤ ਗਾਉਂਦੇ ਹਨ ਅਤੇ ਦੁਨੀਆ ਦੇ ਲੋਕਾਂ ਨੂੰ ਜੀਣਾ ਭਾਰਤ ਦੇਸ਼ ਦੇ ਲੋਕਾਂ ਨੇ ਸਿਖਾਇਆ ਹੈ। ਭਾਰਤ ਦੇਸ਼ ਨੇ ਇੰਨੀ ਤਰੱਕੀ ਕਰ ਲਈ ਹੈ ਕਿ ਇਹ ਚੰਦਰਮਾ ਤੱਕ ਪਹੁੰਚ ਗਿਆ ਹੈ। ਜਦੋਂ ਭਾਰਤ ਦੇਸ਼ ਆਜ਼ਾਦ ਹੋਇਆ ਸੀ ਉਸ ਸਮੇਂ ਭਾਰਤ ਦੇਸ਼ ਵਿੱਚ ਇੰਨੀ ਉੱਨਤੀ ਨਹੀਂ ਸੀ, ਪਰ ਭਾਰਤ ਦੇਸ਼ ਨੇ ਆਪਣੀ ਮਿਹਨਤ ਦੇ ਨਾਲ, ਆਪਣੇ ਦ੍ਰਿੜ ਨਿਸ਼ਚੇ ਦੇ ਨਾਲ ਇੰਨੀ ਤਰੱਕੀ ਕਰ ਲਈ ਹੈ ਕਿ ਮੇਰੇ ਦੇਸ਼ ਦੀ ਨਕਲ ਹੁਣ ਕੋਈ ਦੂਜਾ ਦੇਸ਼ ਵੀ ਨਹੀਂ ਕਰ ਸਕਦਾ। ਕਵੀ ਆਖਦਾ ਹੈ, ਮੈਂ ਆਪਣੇ ਭਾਰਤ ਦੇਸ਼ ਦੀ ਰੱਖਿਆ ਦੇ ਲਈ ਲੱਖ ਵਾਰੀ ਸ਼ੀਸ਼ ਝੁਕਾਉਣ ਨੂੰ ਤਿਆਰ ਹਾਂ ਅਤੇ ਮੈਂ ਆਪਣੇ ਭਾਰਤ ਦੇਸ਼ ਦੀ ਭੂਮੀ ਨੂੰ ਸ਼ੀਸ਼ ਝੁਕਾਉਂਦਾ ਹਾਂ। ਮੇਰੇ ਦੇਸ਼ ਦੇ ਲੋਕਾਂ ਦੇ ਪਹਿਨਾਵੇ ਦੀ ਪੂਰੀ ਦੁਨੀਆ ਗੱਲਾਂ ਕਰਦੀ ਹੈ। ਅਰਥਾਤ ਭਾਰਤੀ ਸੱਭਿਅਤਾ, ਭਾਰਤੀ ਸੰਸਕ੍ਰਿਤੀ ਦੀ ਜਿਹੜੀ ਗੱਲਾਂ ਹਨ ਉਹ ਪੂਰਾ ਸੰਸਾਰ ਕਰਦਾ ਹੈ ਅਤੇ ਮੇਰੇ ਦੇਸ਼ ਵਰਗਾ ਹੋਰ ਕੋਈ ਵੀ ਦੇਸ਼ ਨਹੀਂ ਹੈ। ਇਹ ਸੀ ਬੱਚੋ ਕਵਿਤਾ ਨਹੀਂ ਰੀਸਾਂ ਮੇਰੇ ਦੇਸ਼ ਦੀਆਂ।